ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਨਿਤਨੇਮ ਦੀ ਚੌਥੀ ਬਾਣੀ। ਕਵਿਓ ਬਾਚ ਬੇਨਤੀ ਚੌਪਈ। ਇਸ ਅੰਮ੍ਰਿਤ ਬਾਣੀ ਦੀ ਸੰਥਿਆ ਆਰੰਭ ਹੋ ਰਹੀ ਹੈ, ਜੋ ਇਹ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਦੀ ਸਾਜਨਾ ਕਰਨ ਤੋਂ ਲਗਭਗ ਪੌਣੇ 3 ਸਾਲ ਪਹਿਲਾਂ ਉਚਾਰਨ ਕੀਤੀ ਹੈ। ਬਿਕਰਮੀ ਸੰਮਤ 1753 ਭਾਦਰੋਂ ਮਹੀਨੇ ਦੀ ਸੁਦੀ ਅਸ਼ਟਮੀ ਨੂੰ ਐਤਵਾਰ ਵਾਲੇ ਦਿਨ ਇਹ ਬਾਣੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਕਿਉਂਕਿ 1756 ਬਿਕਰਮੀ ਨੂੰ ਵਿਸਾਖੀ ਵਾਲੇ ਦਿਨ ਮਹਾਰਾਜ ਨੇ ਖਾਲਸੇ ਦੀ ਸਾਜਨਾ ਕੀਤੀ ਹੈ। 1699 ਈਸਵੀ, ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ 1696 ਈਸਵੀ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਹੈ। ਔਰ ਇਸ ਬਾਣੀ ਦੇ ਵਿੱਚ ਹੀ ਮਹਾਰਾਜ ਸਾਹਿਬ ਜੀ ਨੇ ਇਸ ਬਾਣੀ ਦਾ ਸਮਾਂ ਉਚਾਰਨ ਦਾ ਦੱਸਿਆ ਹੈ। ਬਿਭੌਰ ਸਾਹਿਬ ਵਾਲੇ ਅਸਥਾਨ ਤੇ, ਜੋ ਸਤਲੁਜ ਦਰਿਆ ਦੇ ਕੰਢੇ ਤੇ ਬਿਭੌਰ ਪਿੰਡ, ਜਿੱਥੇ ਰਾਜੇ ਦੇ ਬੇਨਤੀ ਕਰਨ ਤੋਂ ਮਹਾਰਾਜ ਕਈ ਮਹੀਨੇ ਉੱਥੇ ਰਹੇ, ਔਰ ਸੋਹਣਾ ਗੁਰਦੁਆਰਾ ਸਾਹਿਬ ਅੱਜ ਕੱਲ੍ਹ ਉੱਥੇ ਬਣਿਆ ਹੋਇਆ ਹੈ। ਹਰ ਸਾਲ ਬਿਭੌਰ ਸਾਹਿਬ ਵਾਲੇ ਅਸਥਾਨ ਤੇ ਭਾਦਰੋਂ ਮਹੀਨੇ ਦੇ ਵਿੱਚ ਸੁਦੀ ਅਸ਼ਟਮੀ ਵਾਲੇ ਦਿਨ ਚੌਪਈ ਸਾਹਿਬ ਦਾ ਜਦੋਂ ਮਹਾਰਾਜ ਨੇ ਉਚਾਰਨ ਕੀਤਾ, ਉਹ ਦਿਹਾੜਾ ਉੱਥੇ ਮਨਾਇਆ ਜਾਂਦਾ ਹੈ। ਗਰੀਬ ਨਵਾਜ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਸ੍ਰੀ ਦਸਮ ਪਾਤਸ਼ਾਹੀ ਦੀ ਬਾਣੀ, ਜੋ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਚਰਿਤਰਾਂ ਤੋਂ ਬਾਅਦ ਵਿੱਚ ਇਹ ਚੌਪਈ ਸਾਹਿਬ ਦੀ ਬਾਣੀ ਆਉਂਦੀ ਹੈ। ਔਰ ਖੰਡੇ ਬਾਟੇ ਦੇ ਅੰਮ੍ਰਿਤ ਤਿਆਰ ਕਰਨ ਵੇਲੇ ਦੀਆਂ 5 ਬਾਣੀਆਂ ਵਿੱਚ ਇਹ ਚੌਥੇ ਥਾਂ ਤੇ ਮਹਾਰਾਜ ਨੇ ਬਾਣੀ ਪੜ੍ਹੀ ਹੈ। ਅੰਮ੍ਰਿਤ ਵੇਲੇ ਦੇ 5 ਬਾਣੀਆਂ ਦੇ ਨਿਤਨੇਮ ਵਿੱਚ ਵੀ ਇਹ ਬਾਣੀ ਪੜ੍ਹੀ ਜਾਂਦੀ ਹੈ, ਤੇ ਸੰਧਿਆ ਵੇਲੇ ਦੇ ਨਿਤਨੇਮ ਵਿੱਚ ਵੀ ਰਹਿਰਾਸ ਸਾਹਿਬ ਜੀ ਦੀ ਬਾਣੀ ਵਿੱਚ ਇਹ ਚੌਪਈ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਤੋ ਖਾਲਸੇ ਸਾਜਨਾ ਤੋਂ ਇਹ ਪੌਣੇ 3 ਸਾਲ ਪਹਿਲਾਂ ਮਹਾਰਾਜ ਨੇ ਇਹ ਬਾਣੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪਵਿੱਤਰ ਕੰਠ ਤੋਂ ਉਚਾਰਨ ਕੀਤੀ ਹੈ। ਇਸ ਬਾਣੀ ਦੀ ਆਪਾਂ ਸੰਥਿਆ ਆਰੰਭ ਕਰਦੇ ਹਾਂ, ਤੇ ਭੁਜੰਗੀ ਸਿੰਘ ਭਾਈ ਮਹਿਕਪ੍ਰੀਤ ਸਿੰਘ ਨਾਲ ਪਾਠ ਕਰੇਗਾ। ਆਪਾਂ ਨਾਲ ਨਾਲ ਇਹਦਾ ਉਚਾਰਨ ਬੇਨਤੀ ਸਾਂਝੀ ਕਰਾਂਗੇ। ਹਾਂਜੀ, ਪੜ੍ਹੀਏ ਜੀ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹਦਾ ਉਚਾਰਨ ਹੈ ਇੱਕ ਓੰਕਾਰ, ਇਹ ਨਖੇੜ ਕੇ ਬੋਲਣਾ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਫੱਫਾ ਤੱਤਾ ਤੇ ਹਾਹਾ ਤਿੰਨੇ ਅੱਖਰ ਮੁਕਤੇ ਹਨ, ਇਸ ਕਰਕੇ ਇਹਨੂੰ ਬਰਾਬਰ ਬੋਲਣਾ ਹੈ। ਫਤਿਹ ਇਸ ਤਰੀਕੇ ਨਾਲ, ਹਾਹੇ ਤੇ ਦਲਾਵਾਂ ਨਹੀਂ ਲੱਗਣ ਦੇਣੀਆਂ, ਹਾਹੇ ਨੂੰ ਸਿਹਾਰੀ ਵੀ ਨਹੀਂ ਹੈ। ਇਹ ਕਈਆਂ ਰੂਪਾਂ ਵਿੱਚ ਫਤਿਹ ਇਹ ਆਉਂਦੀ ਹੈ ਦਸਮ ਪਾਤਸ਼ਾਹੀ ਦੀ ਬਾਣੀ ਵਿੱਚ। ਫੱਫਾ ਤੱਤੇ ਨੂੰ ਲਾਂ ਨਾਲ ਵੀ ਹੈ, ਫੱਫਾ ਤੱਤੇ ਨੂੰ ਲਾਂ ਹਾਹੇ ਨੂੰ ਸਿਹਾਰੀ ਨਾਲ ਵੀ ਹੈ, ਫੱਫਾ ਤੱਤੇ ਨੂੰ ਸਿਹਾਰੀ ਤੇ ਹਾਹਾ ਵੀ ਹੈ। ਕਈਆਂ ਥਾਵਾਂ ਤੇ ਫੱਫਾ ਤੱਤਾ ਤੇ ਹਾਹੇ ਨੂੰ ਸਿਹਾਰੀ ਨਾਲ ਹੈ, ਪਰ ਇੱਥੇ ਤਿੰਨੇ ਅੱਖਰ ਮੁਕਤੇ ਹਨ, ਫੱਫਾ ਤੱਤਾ ਤੇ ਹਾਹਾ, ਇਸ ਕਰਕੇ ਫਤਿਹ। ਇੱਕ ਓੰਕਾਰ
ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਾਤਸ਼ਾਹੀ ਦਸਵੀਂ। ਹਾਂਜੀ, ਇਹਦਾ ਉਚਾਰਨ ਪਾਤਸ਼ਾਹੀ ਦਸਵੀਂ, ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਉਚਾਰਨ ਕਰਦੇ ਹਨ। ਕਬਿਓ ਬਾਚ ਬੇਨਤੀ। ਹਾਂਜੀ, ਕਬਿਓ ਬਾਚ ਬੇਨਤੀ। ਕੱਕਾ ਬੱਬਾ ਯਈਆ ਅੱਧਾ ਹੈ, ਉਹਨੂੰ ਉੱਤੇ ਹੋੜਾ ਲੱਗਾ ਹੋਇਆ ਹੈ। ਇਹਦਾ ਉਚਾਰਨ ਹੈ ਕਬਿਓ ਬਾਚ ਬੇਨਤੀ। ਕਬਿਓ ਦਾ ਅਰਥ ਹੈ ਕਵੀ। ਕਵੀ ਦਾ ਬਚਨ ਹੈ ਬੇਨਤੀ ਰੂਪ ਵਿੱਚ। ਕਵੀ ਕੌਣ ਹਨ? ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਆਪ ਨੂੰ ਕਵੀ ਕਹਿੰਦੇ ਹਨ। ਆਪਾਂ ਸਿਰਫ ਸੰਥਿਆ ਹੀ ਵਿਚਾਰਨੀ ਹੈ, ਕਿਤੇ ਕਿਤੇ ਇਸ ਤਰ੍ਹਾਂ ਬੇਨਤੀ ਸਾਂਝੀ ਕਰਨੀ ਹੈ। ਆਪਾਂ ਹਾਲੇ ਗੁਰਬਾਣੀ ਦੇ ਅਰਥ ਨਹੀਂ ਵਿਚਾਰਨੇ ਸਾਰੇ, ਸੰਖੇਪ ਨਾਲ ਇਹ ਬੇਨਤੀ ਸਾਂਝੀ ਕਰਨੀ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਆਪ ਨੂੰ ਕਵੀ ਕਹਿ ਰਹੇ ਹਨ। ਜਿਵੇਂ ਪਹਿਲੇ ਪਾਤਸ਼ਾਹ ਜੀ ਨੇ ਵੀ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ, ਆਪਣੇ ਆਪ ਨੂੰ ਸ਼ਾਇਰ ਆਖਿਆ। ਮਹਾਰਾਜ ਨੇ ਕਵੀ ਆਖਿਆ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਨ। ਇਹਦਾ ਉਚਾਰਨ ਹੈ ਜਿਹੜਾ ਅੱਧਾ ਯਈਆ ਹੈ, ਇਹ ਊੜੇ ਦੇ ਰੂਪ ਵਿੱਚ ਇੱਥੇ ਉਚਾਰਿਆ ਜਾਂਦਾ। ਕਬਿਓ ਬਾਚ ਬੇਨਤੀ, ਨੰਨਾ ਪੂਰਾ ਸੁੱਧ ਉਚਾਰਨ ਕਰਨਾ, ਬੇਨਤੀ ਨਹੀਂ ਸਿੱਧਾ ਕਰ ਦੇਣਾ, ਬੇਨਤੀ ਬੇਨਤੀ ਨੰਨਾ ਬੇਨਤੀ। ਹਾਂਜੀ ਚੌਪਈ। ਹਾਂਜੀ, ਇਹ ਚੌਪਈ, ਚੱਚੇ ਨੂੰ ਉੱਤੇ ਕਨੌੜਾ ਲੱਗਾ ਹੋਇਆ ਹੈ ਤੇ ਇਹ ਧਿਆਨ ਨਾਲ ਚੌਪਈ ਕਹਿਣਾ, ਕਨੌੜੇ ਨਾਲ ਹੀ ਇਹਦਾ ਉਚਾਰਨ ਕਰਨਾ। ਆਮ ਕਈ ਸਿੱਧਾ ਸੰਥਿਆ ਤੋਂ ਬਿਨਾਂ ਕਈ ਗੁਰਮੁਖ ਚੋਪਈ ਵੀ ਕਹਿ ਦਿੰਦੇ ਸਿੱਧੇ ਕਾਹਲੀ ਨਾਲ, ਉਹ ਫਿਰ ਹੋੜਾ ਹੀ ਲੱਗ ਜਾਂਦਾ ਚੋਪਈ। ਤੇ ਇਹਨੂੰ ਚੰਗੀ ਤਰ੍ਹਾਂ ਚੱਚੇ ਦੇ ਕਨੌੜਾ ਚੌਪਈ। ਚੌ ਦਾ ਅਰਥ ਹੈ ਚਾਰ, ਪਈ ਦਾ ਅਰਥ ਹੈ ਪੈਰ, ਚਰਨ। ਚਾਰ ਚਰਨਾਂ ਵਾਲਾ ਜਿਹੜਾ ਛੰਦ ਹੈ ਉਹਨੂੰ ਚੌਪਈ ਆਖਿਆ ਹੈ। ਚਾਰ ਪੈਰਾਂ ਵਾਲਾ ਜਿਹੜਾ ਛੰਦ, ਭਾਵ ਇੱਕ ਇੱਕ ਪੌੜੀ ਵਿੱਚ ਚਾਰ ਚਾਰ ਪੰਗਤੀਆਂ ਆਉਣਗੀਆਂ। ਅੱਗੇ ਚਾਰ ਚਾਰ ਪੰਗਤੀਆਂ ਦੀ ਇੱਕ ਪੌੜੀ ਹੈ, ਇਸ ਕਰਕੇ ਇਹਦਾ ਉਚਾਰਨ ਹੈ ਚੌਪਈ। ਔਰ ਆਮ ਜੋ ਗੁਟਕੇ ਸਾਹਿਬ ਛਪਦੇ ਹਨ, ਉਹਨਾਂ ਦੇ ਉੱਪਰ ਜਿਹੜਾ ਆਪਾਂ ਮੰਗਲ ਇੱਥੇ ਪੜ੍ਹਿਆ ਹੈ ਨਾ, ਇਹ ਨਹੀਂ ਛਾਪਿਆ ਜਾਂਦਾ ਹੈ। ਜੋ ਦਮਦਮੀ ਟਕਸਾਲ ਵੱਲੋਂ ਗੁਟਕਾ ਸਾਹਿਬ ਛਪਦਾ ਹੈ, ਉਹਦੇ ਵਿੱਚ ਇਹ ਮੰਗਲ ਛਾਪਿਆ ਜਾਂਦਾ ਹੈ। ਔਰ ਵਿਦਿਆਰਥੀਆਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਇਹ ਮੰਗਲ ਸੁੱਧ ਹੈ, ਇਹਦਾ ਉਚਾਰਨ ਜ਼ਰੂਰ ਕਰਨਾ ਹੈ। ਆਮ ਗੁਟਕੇ ਸਾਹਿਬ ਜਿਹੜੇ ਛਪਦੇ ਹਨ, ਉਹਨਾਂ 'ਤੇ ਸਿੱਧਾ ਇੱਥੋਂ ਹੀ ਚੌਪਈ ਸਾਹਿਬ ਸ਼ੁਰੂ ਕੀਤਾ ਜਾਂਦਾ, ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ, ਇੰਝ। ਪਰ ਇਸ ਤਰ੍ਹਾਂ ਨਹੀਂ, ਪਹਿਲਾਂ ਉੱਤੇ ਮੰਗਲ ਜਿਹੜਾ ਇਹਦਾ ਜ਼ਰੂਰ ਉਚਾਰਨ ਕਰਨਾ ਹੈ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ। ਹਾਂਜੀ, ਇਹ ਛੋਟੀਆਂ ਛੋਟੀਆਂ ਪੰਕਤੀਆਂ ਹਨ ਇਹ ਚੌਪਈ ਛੰਦ ਦੇ ਵਿੱਚ, ਚੌਪਈ ਸਾਹਿਬ ਬਾਣੀ ਦੇ ਵਿੱਚ। ਚਾਲ ਨਾਲ ਹੀ ਵਿਸਰਾਮ ਲੱਗੀ ਜਾਂਦੇ ਹਨ, ਪਰ ਫਿਰ ਵੀ ਆਪਾਂ ਵਿਸਰਾਮਾਂ ਦਾ ਖਿਆਲ ਦੇਣਾ ਹੈ। ਹਮਰੀ ਕਰੋ, ਇੱਥੇ ਵਿਸਰਾਮ ਲੱਗ ਜਾਂਦਾ ਹੈ ਚਾਲ ਨਾਲ ਹੀ। ਹਾਥ ਦੈ ਰੱਛਾ, ਹਾਂ ਦੈ ਦੱਦੇ ਤੇ ਦਲਾਵਾਂ ਲੱਗੀਆਂ, ਇਹਨੂੰ ਇਸ ਤਰੀਕੇ ਨਾਲ ਹੀ ਬੋਲਣਾ ਹੈ, ਹਾਥ ਦੈ ਰੱਛਾ। ਹਾਂਜੀ ਪੂਰਨ ਹੋਏ ਚਿੱਤ ਕੀ ਇੱਛਾ। ਹਾਂਜੀ, ਪੂਰਨ ਨੰਨੇ ਨਾਲ ਹੈ, ਇਹ ਨੰਨਾ ਹੀ ਇੱਥੇ ਉਚਾਰਨ ਕਰਨਾ। ਇਸੇ ਤਰ੍ਹਾਂ ਪੂਰਨ ਹੋਏ, ਇੱਥੇ ਹਾਹੇ ਤੇ ਝੋੜਾ ਤੇ ਈੜੀ ਨੂੰ ਸਿਹਾਰੀ ਹੈ, ਇਹਨੂੰ ਸਿੱਧਾ ਹੋਏ ਨਹੀਂ ਕਹਿਣਾ। ਜੇ ਹੋਏ ਆਖਾਂਗੇ ਤੇ ਈੜੀ ਨੂੰ ਲਾਂ ਲੱਗ ਜਾਂਦੀ ਹੈ। ਹੋਏ ਜਿਵੇਂ ਉਚਾਰਨ ਕੀਤਾ ਹੈ, ਇਸ ਤਰ੍ਹਾਂ ਹੋਏ ਤੇ ਵਿਸਰਾਮ ਹੈ। ਪੂਰਨ ਹੋਏ ਚਿੱਤ ਕੀ ਇੱਛਾ। ਹਾਂਜੀ ਤਵ ਚਰਨਨ ਮਨ ਰਹਿ ਹਮਾਰਾ। ਹਾਂਜੀ, ਚਰਨਨ ਤੇ ਹੀ ਵਿਸਰਾਮ ਲੱਗ ਜਾਂਦਾ ਹੈ, ਦੋਵੇਂ ਨੰਨੇ ਹਨ। ਤਵ ਚਰਨਨ, ਇੱਥੇ ਵਿਸਰਾਮ। ਮਨ ਰਹਿ ਹਮਾਰਾ, ਇਹ ਮਨ ਪੋਲਾ ਹੀ ਬੋਲਣਾ ਹੈ ਜਿਵੇਂ ਬੋਲਿਆ ਗਿਆ ਹੈ, ਇਹਦੇ ਤੇ ਟਿੱਪੀ ਨਹੀਂ ਲੱਗਣ ਦੇਣੀ, ਮਨ ਨਹੀਂ ਕਹਿਣਾ ਇਸਨੂੰ, ਪੋਲਾ ਹੀ। ਮਨ ਰਹਿ ਹਮਾਰਾ। ਆਪਣਾ ਜਾਨ ਕਰੋ ਪ੍ਰਤਿਪਾਰਾ। ਹਾਂਜੀ, ਆਪਣਾ ਜਾਨ, ਜਾਨ ਤੇ ਵਿਸਰਾਮ ਹੈ ਜਿੱਥੇ ਲਾਇਆ ਗਿਆ ਹੈ। ਔਰ ਇਹਦਾ ਉਚਾਰਨ ਆਪਣਾ ਹੀ ਕਰਨਾ ਹੈ, ਐੜੇ ਨੂੰ ਕੰਨਾ ਨਹੀਂ ਲਾਉਣਾ, ਪਿੱਛੇ ਨਾਣਾ ਨਹੀਂ ਲੱਗਣ ਦੇਣਾ, ਨੰਨਾ ਹੈ। ਇਸ ਕਰਕੇ ਐੜਾ ਪੱਪਾ ਨੰਨੇ ਕੰਨਾ, ਆਪਣਾ, ਇੰਝ ਹੀ ਇਹਦਾ ਉਚਾਰਨ ਕਰਨਾ ਹੈ। ਕਈ ਵਾਰੀ ਆਪਾਂ ਕਹਿ ਦਿੰਦੇ ਵੀ ਆਪਣਾ, ਫਿਰ ਐੜੇ ਨੂੰ ਕੰਨਾ ਲੱਗ ਜਾਂਦਾ ਹੈ, ਪਰ ਇਹ ਪੂਰਾ ਧਿਆਨ ਰੱਖਣਾ ਹੈ, ਜਿੱਥੇ ਕੰਨਾ ਲੱਗਾ ਉੱਥੇ ਕੰਨੇ ਦਾ ਉਚਾਰਨ ਕਰਨਾ, ਜਿੱਥੇ ਨਹੀਂ ਲੱਗਾ ਉੱਥੇ ਨਹੀਂ। ਆਪਣਾ ਜਾਨ
ਕਰੋ ਪ੍ਰਾਤਿਪਾਰਾ। ਹਾਂਜੀ, ਇਹ ਵੀ ਧਿਆਨ ਰੱਖਣਾ, ਇਹਨੂੰ ਪ੍ਰਿਤਪਾਰਾ ਨਹੀਂ ਕਹਿਣਾ, ਪੱਪੇ ਨੂੰ ਸਿਹਾਰੀ ਨਹੀਂ ਲਾਉਣੀ, ਕਿਉਂਕਿ ਪੱਪੇ ਨੂੰ ਸਿਹਾਰੀ ਨਹੀਂ ਲੱਗੀ ਹੈ, ਤੱਤੇ ਨੂੰ ਸਿਹਾਰੀ ਲੱਗੀ ਹੈ, ਤੇ ਤੱਤੇ ਨੂੰ ਹੀ ਸਿਹਾਰੀ ਲਾਉਣੀ ਹੈ। ਪ੍ਰਾਤਿਪਾਰਾ, ਆਪਣਾ ਜਾਨ, ਇੱਥੇ ਵਿਸਰਾਮ, ਕਰੋ ਪ੍ਰਾਤਿਪਾਰਾ। हमरे दुष्ट सबै तुम कावहो। ਹਾਂਜੀ, ਹਮਰੇ ਦੁਸ਼ਟ ਸਭੈ, ਇੱਥੇ ਵਿਸਰਾਮ, ਤੁਮ ਘਾਵਹੁ। ਹਾਂਜੀ आप हाथ दे मोह बचावहो। ਹਾਂਜੀ, ਇੱਥੇ ਹੀ ਦੈ ਤੇ ਹੀ ਵਿਸਰਾਮ ਹੈ। ਆਪ ਹਾਥ ਦੈ, ਇਹ ਹਾਥ ਨਾਲੋਂ ਨਿਖੇੜ ਕੇ ਦੈ ਕਹਿਣਾ ਕਿ ਵਾਹਿਗੁਰੂ ਜੀ ਆਪ ਹੱਥ ਦੇ ਕਰਕੇ ਮੈਨੂੰ ਬਚਾਵੋ, ਮੇਰੀ ਰੱਖਿਆ ਕਰੋ। ਆਪ ਹਾਥ ਦੈ, ਇੱਥੇ ਵਿਸਰਾਮ, ਮੋਹਿ ਬਚਾਵਹੁ। सुखी बसै मोरो परिवारा। ਹਾਂਜੀ, ਸੁਖੀ ਬਸੈ, ਇੱਥੇ ਵਿਸਰਾਮ, ਮੋਰੋ ਪਰਿਵਾਰਾ। ਜ਼ਿਆਦਾ ਪਰਿਵਾਰਾ ਨਹੀਂ ਕਹਿਣਾ, ਰਾਰੇ ਨੂੰ ਬਿਹਾਰੀ ਨਹੀਂ ਲਾਉਣੀ, ਰਾਰੇ ਨੂੰ ਸਿਹਾਰੀ, ਇਸ ਕਰਕੇ ਪਰਿਵਾਰਾ। ਹਾਂਜੀ सेवक सिख सबै करतारा। ਹਾਂਜੀ, ਸੇਵਕ ਸਿੱਖ, ਚਾਲ ਦੇ ਨਾਲ ਸਿੱਖ ਤੇ ਹੀ ਵਿਸਰਾਮ ਲੱਗ ਜਾਂਦਾ ਹੈ, ਤੇ ਸਿੱਖ ਦੇ ਨਾਲ ਅੱਧਾ ਜਈਆ ਲੱਗਾ ਹੋਇਆ, ਇਸ ਕਰਕੇ ਇਹਨੂੰ ਦੱਬ ਕੇ ਥੋੜਾ ਜਿਹਾ ਲਮਕਾ ਕੇ ਬੋਲਣਾ ਹੈ। ਸੇਵਕ ਸਿੱਖ ਸਭੈ ਕਰਤਾਰਾ, ਔਰ ਅਰਥ ਦੇ ਨਾਲ ਸਭੈ ਤੇ ਵਿਸਰਾਮ ਲੱਗਦਾ ਹੈ। ਇਹ ਦੋ ਵਿਸਰਾਮ ਹੁੰਦੇ ਆ, ਇੱਕ ਚਾਲ ਦੇ ਨਾਲ ਲੱਗਦਾ ਹੈ, ਇੱਕ ਅਰਥ ਦੇ ਮੁਤਾਬਕ ਲੱਗਦਾ ਹੈ। ਜੇ ਚਾਲ ਨਾਲ ਲਾਈਏ ਤੇ ਫਿਰ ਤਾਂ ਇੰਝ ਹੀ ਹੈ ਵੀ ਸੇਵਕ ਸਿੱਖ ਸਭੈ ਕਰਤਾਰਾ, ਤੇ ਜੇ ਅਰਥ ਦੇ ਮੁਤਾਬਕ ਲਾਈਏ ਤੇ ਫਿਰ ਸਭੈ ਤੇ ਲੱਗਦਾ ਹੈ। ਸੇਵਕ ਸਿੱਖ ਸਭੈ ਕਰਤਾਰਾ, ਇਹ ਕਰਤਾਰ ਸਭੈ ਮੈਨੇ ਸਾਰੇ ਜੋ ਸੇਵਕ ਤੇ ਸਿੱਖ ਹਨ, ਆਪ ਉਹਨਾਂ ਸਾਰਿਆਂ ਦੀ ਰੱਖਿਆ ਕਰੋ, ਉਹਨਾਂ ਸਾਰਿਆਂ ਨੂੰ ਸੁਖੀ ਕਰੋ। ਤੋ ਇਸ ਕਰਕੇ ਇਹ ਦੋਵੇਂ ਵਿਸਰਾਮ ਲੱਗ ਜਾਂਦੇ ਆ, ਸਿੱਖ ਤੇ ਵੀ ਤੇ ਸਭੈ ਤੇ ਵੀ। मोर अच्छा निज कर दे करिए। ਹਾਂਜੀ, ਇਹ ਰੱਛਾ ਤੇ ਵਿਸਰਾਮ ਲੱਗਦਾ ਹੈ। ਮੋ ਰੱਛਾ, ਇੱਥੇ ਵਿਸਰਾਮ, ਨਿਜ ਪੋਲਾ ਹੀ ਬੋਲਣਾ, ਨਿਜ ਕਾਰ ਦੈ ਕਰੀਐ। ਇਹ ਦੱਦੇ ਨੂੰ ਦਲਾਵਾਂ ਹੈ, ਨਿਖੇੜ ਕੇ ਕਹਿਣਾ ਨਿਜ ਕਾਰ ਦੈ। ਨਿਜ ਨਾਲੋਂ ਕਰ ਵੱਖਰਾ ਕਹਿਣਾ ਹੈ, ਦੈ ਵੱਖਰਾ ਕਹਿਣਾ ਹੈ। ਕਰ ਦਾ ਅਰਥ ਇੱਥੇ ਹੱਥ ਹੈ। ਨਿਜ ਕਰ ਦੈ ਕਰੀਐ, ਔਰ ਇਹ ਧਿਆਨ ਦੇਣ ਵਾਲਾ ਹੈ। ਕੱਕਾ ਰਾਰੇ ਨੂੰ ਸਿਹਾਰੀ ਤੇ ਜਈਏ ਨੂੰ ਦਲਾਵਾਂ। ਜੇ ਅੱਖਰਾਂ ਦੇ ਲਿਹਾਜ਼ ਨਾਲ ਬੋਲੀਏ ਤੇ ਕਰਿਆ ਬਣਦਾ ਨਾ, ਪਰ ਇਹ ਟਕਸਾਲ ਵਿੱਚ ਦੱਸਿਆ ਜਾਂਦਾ ਹੈ, ਦਮਦਮੀ ਟਕਸਾਲ ਸੰਪਰਦਾਇ ਭਿੰਡਰਾਂ ਦੇ ਵਿੱਚ, ਵੀ ਇਹ ਕਾਵ ਦੇ ਨਿਯਮਾਂ ਦੇ ਅਨੁਸਾਰ ਜੋ ਸਿਹਾਰੀ ਹੈ ਇਹ ਲਘੂ ਮਾਤਰਾ ਹੈ, ਤੇ ਚੌਪਈ ਦੀਆਂ 15 ਮਾਤਰਾ ਹਨ। ਇਸ ਕਰਕੇ ਜੇ ਮਹਾਰਾਜ ਬਿਹਾਰੀ ਲਾਉਂਦੇ ਤੇ ਇੱਕ ਮਾਤਰਾ ਵੱਧ ਜਾਂਦੀ ਸੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇੱਥੇ ਸਿਹਾਰੀ ਲਾ ਕਰਕੇ ਮਹਾਰਾਜ ਸਾਹਿਬ ਨੇ ਪਾਠ ਉਚਾਰਨ ਕੀਤਾ ਹੈ, ਪਿੱਛੇ ਜਈਆ ਲਾਇਆ ਹੈ, ਪਰ ਇਹਦਾ ਉਚਾਰਨ ਜਈਏ ਦੇ ਕਰਕੇ ਬਿਹਾਰੀ ਵਿੱਚ ਹੀ ਕੀਤਾ ਜਾਂਦਾ ਹੈ। ਜਿਹੜਾ ਜਈਆ ਉਹ ਐੜੇ ਦੇ ਰੂਪ ਵਿੱਚ ਉਚਾਰਿਆ ਜਾਂਦਾ ਹੈ। ਇਸ ਕਰਕੇ ਇਹ ਲਿਖਿਆ ਹੋਇਆ ਤੇ ਰਾਰੇ ਨੂੰ ਸਿਹਾਰੀ ਤੇ ਜਈਏ ਨੂੰ ਦਲਾਵਾਂ ਹੈ, ਪਰ ਇਹਦਾ ਉਚਾਰਨ ਕੀਤਾ ਜਾਣਾ ਹੈ ਬਿਹਾਰੀ ਦੇ ਨਾਲ। ਰਾਰੇ ਨੂੰ ਬਿਹਾਰੀ ਤੇ ਐੜੇ ਨੂੰ ਦਲਾਵਾਂ, ਇਸ ਤਰੀਕੇ ਨਾਲ ਇਹਦਾ ਉਚਾਰਨ ਹੋਣਾ ਹੈ ਜਿਵੇਂ ਕੀਤਾ ਗਿਆ ਹੈ। ਇਹਨੂੰ ਕਰੀਐ ਹੀ ਕਹਿਣਾ ਹੈ, ਕਰੀਐ। ਮੋ ਰੱਛਾ, ਇੱਥੇ ਵਿਸਰਾਮ, ਨਿਜ ਕਰ ਦੈ ਕਰੀਐ। ਕਈ ਵਾਰੀ ਇਸ ਤਰ੍ਹਾਂ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦਾ ਨਾ ਵੀ ਲਿਖਿਆ ਤੇ ਸਿਹਾਰੀ ਨਾਲ ਤੇ ਇਹ ਕਰੀਐ ਕਿਉਂ ਕਹਿ ਰਹੇ ਆ, ਤੋ ਇਸ ਕਰਕੇ ਇਹ ਬੇਨਤੀ ਹੈ ਵੀ ਇਹਦਾ ਉਚਾਰਨ ਕਰੀਐ ਇਸ ਤਰ੍ਹਾਂ ਹੀ ਹੈ। सब बैरन को आद संगरिए। ਹਾਂਜੀ, ਕਉ ਤੇ ਵਿਸਰਾਮ ਹੈ, ਕਉ ਹੈ ਵੀ ਇਹ ਕਨੌੜੇ ਦੇ ਨਾਲ। ਸਭ ਬੈਰਨ ਕਉ ਆਜ ਸੰਘਰੀਐ, ਇਸ ਤਰ੍ਹਾਂ ਸਭ ਬੈਰਨ ਕਉ, ਕਉ ਤੇ ਵਿਸਰਾਮ, ਆਜ ਸੰਘਰੀਐ, ਸੱਸੇ ਤੇ ਟਿੱਪੀ ਵੀ ਆ, ਇਸ ਕਰਕੇ ਘੱਗਾ ਵੀ ਹੈ, ਤੇ ਇਹ ਬਿਹਾਰੀ ਦੇ ਨਾਲ ਹੀ ਇਹਦਾ ਉਚਾਰਨ ਕਰਨਾ ਹੈ। ਰਾਰੇ ਨੂੰ ਬਿਹਾਰੀ, ਐੜੇ ਨੂੰ ਦੁਲਾਵਾਂ। ਲਿਖਿਆ ਰਾਰੇ ਨੂੰ ਸਿਹਾਰੀ, ਯਈਏ ਨੂੰ ਦਲਾਵਾਂ ਹੋਇਆ ਹੈ, ਪਰ ਇਹਦਾ ਉਚਾਰਨ ਜਿਹੜਾ ਹੈ ਇਹ ਕਾਵ ਦੇ ਨਿਯਮਾਂ ਦੇ ਅਨੁਸਾਰ, ਜਿਵੇਂ ਟਕਸਾਲ ਵਿੱਚ ਦੱਸਿਆ ਜਾਂਦਾ ਹੈ ਵੀ ਇਹਨੂੰ ਸੰਘਰਿਆ ਨਹੀਂ ਕਹਿਣਾ, ਸੰਘਰੀਆ ਕਹਿਣਾ। ਸਭ ਬੈਰਨ ਕਉ ਆਜ ਸੰਘਰੀਐ। ਹਾਂਜੀ पूरन होय हमारी आशा। ਹਾਂਜੀ, ਹੋਏ ਤੇ ਵਿਸਰਾਮ ਹੈ। ਪੂਰਨ ਹੋਏ, ਪੂਰਨ ਨੰਨੇ ਨਾਲ ਹੀ ਕਹਿਣਾ, ਪੂਰਨ ਹੋਏ ਹਮਾਰੀ ਆਸਾ।
ਹਾਂਜੀ ਤੋਰ ਭਜਨ ਕੀ ਰਹਿ ਪਿਆਸਾ। ਹਾਂਜੀ ਤੋਰ ਭਜਨ ਕੀ ਤੇ ਵਿਸਰਾਮ ਹੈ, ਰਹਿ ਪਿਆਸਾ। ਇਹ ਭਜਨ ਪੋਲਾ ਹੀ ਬੋਲਣਾ ਹੈ ਕਿ ਹੇ ਵਾਹਿਗੁਰੂ ਜੀ ਤੇਰੇ ਭਜਨ ਦੀ ਸਿਮਰਨ ਦੀ ਪਿਆਸ ਲੱਗੀ ਰਹੇ। ਜੀ ਚਲੋ। ਤੋਰ ਭਜਨ ਤੁਮ ਹੈ ਛਾੜ ਕੋਈ ਅਵਰ ਨਾ ਧਿਆਊ। ਹਾਂਜੀ ਛਾੜ ਤੇ ਵਿਸਰਾਮ ਹੈ, ਤੁਮ ਹੈ ਛਾੜ ਇੱਥੇ ਵਿਸਰਾਮ, ਕੋਈ ਅਵਰ ਨਾ ਧਿਆਊ। ਇੱਥੇ ਨੰਨਾ ਮੁਕਤਾ ਹੈ, ਨਾ ਧਿਆਊ ਧੱਦਾ ਯਈਏ ਅੱਧਾ ਵਾ ਯਈਆ, ਯਈਏ ਨੂੰ ਕੰਨਾ, ਊੜੇ ਨੂੰ ਦਲੈਂਕੜੇ ਤੇ ਨਾਲ ਬਿੰਦੀ, ਇਹਨੂੰ ਧਿਆਊ ਕਹਿਣਾ। ਧਿਆਊ ਬਿੰਦੀ ਦਾ ਉਚਾਰਨ ਵੀ ਕਰਨਾ। ਤੁਮ ਹੈ ਛਾੜ ਕੋਈ ਅਵਰ ਨਾ ਧਿਆਊ। ਹਾਂਜੀ ਜੋ ਬਲ ਚਾਹੂੰ ਸੋ ਤੁਮ ਤੇ ਪਾਊ। ਜੋ ਬਾਰ ਚਾਹਉ, ਹਾਹੇ ਨੂੰ ਕਨੌੜਾ ਤੇ ਨਾਲ ਬਿੰਦੀ ਹੈ, ਇੱਥੇ ਵਿਸਰਾਮ ਵੀ ਇਸੇ ਤੇ ਹੀ ਹੈ। ਜੋ ਬਾਰ ਚਾਹਉ, ਇੱਥੇ ਵਿਸਰਾਮ, ਸੋ ਤੁਮ ਤੇ ਪਾਊ। ਤੇ ਆਮ ਗੁਟਕੇ ਸਾਹਿਬਾਂ ਦੇ ਵਿੱਚ ਵੇਖਣ ਨੂੰ ਮਿਲਿਆ ਹੈ, ਉਹ ਚੱਚਾ ਤੇ ਹਾਹੇ ਨੂੰ ਹੋੜਾ ਲਾ ਕੇ ਇਹ ਪਾਠ ਜਿਹੜਾ ਲਿਖਿਆ ਹੋਇਆ ਹੈ, ਕੰਨਾ ਕੱਟਿਆ ਹੋਇਆ। ਆਮ ਗੁਟਕੇ ਸਾਹਿਬ ਕਈ ਵੇਖਣ ਵਿੱਚ ਆਏ ਹਨ, ਪਰ ਇਹ ਚੱਚੇ ਨੂੰ ਕੰਨਾ ਹੈ, ਹਾਹੇ ਨੂੰ ਕਨੌੜਾ ਤੇ ਕਨੌੜੇ ਦੇ ਅਗਲੇ ਪਾਸੇ ਨਾਲ ਬਿੰਦੀ ਹੈ। ਇਸ ਕਰਕੇ ਚਾਹ ਹੋਂ ਬਿੰਦੀ ਦਾ ਵੀ ਉਚਾਰਨ ਕਰਨਾ। ਜੋ ਬਾਰ ਚਾਹਉ ਸੋ ਤੁਮ ਤੇ ਪਾਊ। ਹਾਂਜੀ ਸੇਵਕ ਸਿੱਖ ਹਮਾਰੇ ਤਾਰੀਆ ਹੈ। ਹਾਂਜੀ ਅੱਧਾ ਜਈਆ ਪਿੱਛੇ ਲੱਗਾ ਹੋਇਆ ਹੈ, ਇਸ ਕਰਕੇ ਉਹਦਾ ਵੀ ਉਚਾਰਨ ਕਰਨਾ ਹੈ ਦੱਬ ਕੇ, ਥੋੜ੍ਹਾ ਜਿਹਾ ਲਮਕਾ ਕੇ। ਸੇਵਕ ਸਿੱਖ ਹਮਾਰੇ ਤਾਰੀਆ ਹੈ। ਹਾਂਜੀ ਇਹ ਹਮਾਰੇ ਤੇ ਵੀ ਲੱਗ ਜਾਂਦਾ ਹੈ ਵਿਸਰਾਮ, ਤੇ ਸਿੱਖ ਇੱਥੇ ਵੀ ਵਿਸਰਾਮ ਲੱਗ ਜਾਂਦਾ ਹੈ ਚਾਲ ਮੁਤਾਬਕ। ਸੇਵਕ ਸਿੱਖ ਹਮਾਰੇ ਤਾਰੀਆ ਹੈ। ਹਾਂਜੀ ਚੁਨ ਚੁਨ ਸੱਤਰ ਹਮਾਰੇ ਮਾਰੀਆ ਹੈ। ਹਾਂਜੀ ਇਹ ਅਰਥ ਮੁਤਾਬਕ ਹਮਾਰੇ ਤੇ ਹੀ ਵਿਸਰਾਮ ਲੱਗਦਾ ਹੈ। ਚੁਨ ਚੁਨ ਸੱਤਰ ਹਮਾਰੇ, ਇੱਥੇ ਵਿਸਰਾਮ, ਮਾਰੀਆ ਹੈ। ਤੋ ਇਸ ਕਰਕੇ ਜਿਹੜਾ ਸੱਤਰ ਹੈ, ਇਹਨੂੰ ਸੱਸੇ ਤੇ ਅਧਿਕ ਵੀ ਹੈ ਤੇ ਤੱਤੇ ਦੇ ਚਰਨਾ ਚ ਅੱਧਾ ਰਾਰਾ ਹੈ। ਅਰਥ ਹੈ ਸ਼ਤਰੂ, ਦੁਸ਼ਮਣ, ਵਕਾਰ ਜਿਹੜੇ ਹਨ ਵਕਾਰਾਂ ਰੂਪੀ, ਤੇ ਬਾਹਰਲੇ ਵੀ, ਤੇ ਬਾਹਰਲੇ ਜ਼ਾਲਮਾਦਕ ਜਾਬਰ, ਤੇ ਅੰਦਰਲੇ ਜਿਹੜੇ ਹਨ ਉਹ ਵਕਾਰ ਆਦਿਕ ਜਿਹੜੇ ਸ਼ਤਰੂ ਹਨ, ਦੁਸ਼ਮਣ ਹਨ, ਉਹਨਾਂ ਨੂੰ ਚੁਣ ਚੁਣ ਕੇ ਮਾਰੇ। ਸਾਡੇ ਇਹਨਾਂ ਵਕਾਰਾਂ ਰੂਪੀ ਦੁਸ਼ਮਣਾਂ ਨੂੰ ਆਪ ਮਾਰ ਦਿਓ। ਚੁਨ ਚੁਨ ਸੱਤਰ ਹਮਾਰੇ ਮਾਰੀਆ ਹੈ, ਇਹ ਵੀ ਤਾਰੀਆ ਹੈ ਇਸ ਤਰ੍ਹਾਂ ਹੀ ਕਹਿਣਾ ਹੈ, ਮਾਰੀਆ ਹੈ ਇਸ ਤਰ੍ਹਾਂ ਇਹਨਾਂ ਦਾ ਉਚਾਰਨ ਕਰਨਾ ਹੈ। ਇੱਥੋਂ ਤੀਕ 4 ਪੌੜੀਆਂ ਹੋ ਗਈਆਂ। ਸੋ ਅੱਜ ਇੰਨੀਆਂ ਹੀ ਬਹੁਤ ਹਨ ਜੀ। ਸੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੌਲੀ ਹੌਲੀ ਆਪਾਂ ਇਹ ਚੌਪਈ ਸਾਹਿਬ ਬਾਣੀ ਦੀ ਵਿਚਾਰ ਸਾਂਝੀ ਕਰਾਂਗੇ। ਹੁਣ ਅਖੀਰਲੀਆਂ ਪੰਕਤੀਆਂ ਦਾ ਜਾਪ ਕਰਕੇ ਫਿਰ ਫਤਿਹ ਗਜਾਵਾਂਗੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਗੁਰੂ ਖਾਲਸਾ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰੀਏ ਜੀ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਨ ਚੁਨ ਸੱਤਰ ਹਮਾਰੇ ਮਾਰੀਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।